बहुत बहुत स्वागत है सूबे ਦੀਆਂ प्रमुख सियासी ਅਤੇ समाजिक खबरों के इस खास बुलेटिन ਦੇ ਵਿੱਚ मैं हाँ जगदीश संधू। बुलेटिन की शुरुआत करते हैं नवजोत सिद्धू बारे मीडिया ਦੇ ਵਿੱਚ ਬਣੀਆਂ ਚਰਚਾਵਾਂ ਤੋਂ। सीएम भगवंत मान ਦੇ ਨਾਲ ਮੁਲਾਕਾਤ ਤੋਂ ਬਾਅਦ नवजोत सिद्धू बारे मीडिया ਦੇ ਵਿੱਚ कई अदारियां ਦੇ ਵਿੱਚ चर्चा बनी रही है कि नवजोत सिंह सिद्धू संगरूर तो आम आदमी पार्टी की टिकट ते जिमनी चोणां लड़ सकते हैं। पर इस सवाल ते नवजोत सिंह सिद्धू के मीडिया एडवाइज़र सुरिंदर डल्ला ने इस नूं मुੱਢੋਂ ही रद्द कर दिता है। जानते हैं सुरिंदर डल्ला के इस बारे की विचार ने। डल्ला साहब किवें देखते हो जो मीडिया ਦੇ ਵਿੱਚ डिस्कशन ਚੱਲੀ है कि नवजोत सिंह सिद्धू संगरूर तो जिमनी चोणां लड़ सकते हैं? देखो कई तरह ਦੀਆਂ ਚਰਚਾਵਾਂ ਜਗਦੀਸ਼ ਜੀ ਚੱਲ ਰਹੀਆਂ ਨੇ, ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ। ਬਹੁਤ ਜਗ੍ਹਾ ਮੈਂ ਦੇਖ ਰਿਹਾ ਸੀ, ਕਈ ਜਗ੍ਹਾ ਖਬਰਾਂ ਵੀ ਨੇ ਕੁਐਸਚਨ ਮਾਰਕ ਲਾ ਕੇ ਕਿ ਨਵਜੋਤ ਸਿੰਘ ਸਿੱਧੂ ਜ਼ਿਮਨੀ ਚੋਣ ਲੜ ਸਕਦੇ ਨੇ ਸੰਗਰੂਰ ਤੋਂ, ਆਪ ਵੱਲੋਂ ਲੜ ਸਕਦੇ ਨੇ। ਇਹ ਵੀ ਕਈ ਲੋਕ ਅਫਵਾਹਾਂ ਨੇ ਜਿਹੜੀਆਂ ਚੱਕ ਰਹੇ ਨੇ। ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਤਿਹਾਸ 'ਚ ਥੋੜ੍ਹਾ ਜਿਹਾ ਦੇਖਣ ਦੀ ਜ਼ਰੂਰਤ ਹੈ। ਜਦੋਂ ਨਵਜੋਤ ਸਿੰਘ ਸਿੱਧੂ ਨੇ ਕਹਿ ਦਿੱਤਾ ਸੀ ਕਿ ਮੈਂ ਅੰਮ੍ਰਿਤਸਰ ਤੋਂ ਬਿਨਾਂ ਕਦੀ ਕਿਤੇ ਚੋਣ ਨਹੀਂ ਲੜਨਾ, ਇਸੇ ਕਰਕੇ ਉਹ ਅੰਮ੍ਰਿਤਸਰ ਗਏ ਸੀ ਉਦੋਂ ਪਟਿਆਲਾ ਛੱਡ ਕੇ। ਔਰ ਬੀਜੇਪੀ ਨੇ ਵੀ ਉਹਨਾਂ ਨੂੰ, ਸਾਨੂੰ ਯਾਦ ਹੈ, ਬੀਜੇਪੀ ਨੇ ਵੀ ਉਹਨਾਂ ਨੂੰ ਆਫਰ ਕੀਤਾ ਸੀ ਕਿ ਤੁਸੀਂ ਕੁਰਕਸ਼ੇਤਰ ਤੋਂ ਲੜ ਲਓ, ਤੁਸੀਂ ਦਿੱਲੀ ਤੋਂ ਲੜ ਲਓ। ਕਿਉਂਕਿ ਜਦੋਂ ਅਰੁਣ ਜੇਤਲੀ ਨੂੰ ਚੋਣ ਲੜਾਉਣੀ ਸੀ, ਜਦੋਂ ਅਕਾਲੀ ਦਲ ਚਾਹੁੰਦਾ ਸੀ ਕਿ ਅਰੁਣ ਜੇਤਲੀ ਚੋਣ ਲੜਨ ਹਰ ਹਾਲਤ 'ਚ ਅੰਮ੍ਰਿਤਸਰ ਤੋਂ ਅਤੇ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਹੋਰ ਸੂਬੇ 'ਚ ਭੇਜੀਏ, ਉਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਨਾ ਤਾਂ ਕਿਤੇ ਹੋਰ ਜਾ ਕੇ ਚੋਣ ਲੜੀ ਔਰ ਨਾ ਹੀ ਉਹਨਾਂ ਨੇ ਹਾਮੀ ਭਰੀ ਸੀ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਬਿਲਕੁਲ ਉਪ ਚੋਣ ਨਹੀਂ ਲੜਨਗੇ ਔਰ ਸੰਗਰੂਰ ਜਾ ਕੇ ਜ਼ਿਮਨੀ ਚੋਣ ਬਿਲਕੁਲ ਨਹੀਂ ਲੜਨਗੇ। ਉਹ ਕਦੀ ਵੀ ਅਗਰ ਚੋਣ ਲੜਨਗੇ ਤਾਂ ਅੰਮ੍ਰਿਤਸਰ ਸਾਹਿਬ 'ਚ ਹੀ ਚੋਣ ਲੜਨਗੇ, ਉਸ ਤੋਂ ਬਾਹਰ ਚੋਣ ਨਹੀਂ ਲੜਨਗੇ। ਸੋ ਇਸ ਕਰਕੇ ਭਗਵੰਤ ਮਾਨ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਕਈ ਚਰਚਾਵਾਂ ਨੇ ਜਿਹੜੀਆਂ ਮੀਡੀਆ ਦੇ ਇੱਕ ਹਿੱਸੇ ਨੇ ਵੀ ਸ਼ੁਰੂ ਕਰਤੀਆਂ ਕਿ ਭਗਵੰਤ ਮਾਨ ਦੇ ਨਾਲ ਮਿਲੇ ਨੇ, ਆਪ 'ਚ ਜਾ ਸਕਦੇ ਨੇ, ਸੰਗਰੂਰ ਤੋਂ ਜ਼ਿਮਨੀ ਚੋਣ ਲੜ ਸਕਦੇ ਨੇ। ਸੋ ਇਹ ਜਿਹੜੀਆਂ ਸਾਰੇ ਨੇ, ਇਹ ਸਾਰੇ ਕਿਆਸ ਨੇ ਔਰ ਇਹਨਾਂ ਕਿਆਸਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਇਹ ਸਿਰਫ ਅਨੁਮਾਨ ਨੇ, ਜਾਂ ਤਾਂ ਮੀਡੀਆ ਦੇ ਜਾਂ ਕੁਝ ਅਜਿਹੇ ਲੋਕਾਂ ਦੇ ਜਿਹੜੇ ਅਕਸਰ ਇਸ ਤਰ੍ਹਾਂ ਦੀਆਂ ਚਰਚਾਵਾਂ ਨੂੰ ਜਨਮ ਦਿੰਦੇ ਨੇ। ਸੋ ਨਵਜੋਤ ਸਿੰਘ ਸਿੱਧੂ ਦਾ ਧਿਆਨ ਪੰਜਾਬ ਦੇ ਮੁੱਦਿਆਂ 'ਤੇ ਹੈ ਔਰ ਸ਼੍ਰੀ ਅੰਮ੍ਰਿਤਸਰ ਸਾਹਿਬ ਆਪਣੇ ਹਲਕੇ 'ਤੇ ਹੈ। ਸੋ ਕਿਸੇ ਵੀ ਹੋਰ ਹਲਕੇ 'ਚੋਂ ਉਹਨਾਂ ਦੇ ਚੋਣ ਲੜਨ ਦਾ ਸਵਾਲ ਪੈਦਾ ਨਹੀਂ ਹੁੰਦਾ। ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਦਾ ਵੀ ਕੋਈ ਸਵਾਲ ਪੈਦਾ ਨਹੀਂ ਹੁੰਦਾ। ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਮੁੱਦੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਲਗਾਤਾਰ ਸਤਰਕ ਨੇ ਤੇ ਮੀਟਿੰਗਾਂ ਕਰ ਰਹੇ ਨੇ ਤੇ ਅੱਜ ਵੀ ਭਗਵੰਤ ਮਾਨ ਡਿਪਟੀ ਕਮਿਸ਼ਨਰਾਂ ਅਤੇ ਸੂਬੇ ਦੇ ਆਲਾ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨਗੇ। ਕਿਹੜੇ ਮੁੱਦੇ ਰਹਿਣਗੇ ਇਸ ਮੁਲਾਕਾਤ ਦੇ ਵਿੱਚ ਜਾਣਦੇ ਆ ਸਾਡੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਤੋਂ। ਡੱਲਾ ਸਾਹਿਬ ਕਿਵੇਂ ਦੇਖਦੇ ਹੋ ਅੱਜ ਦੀ ਇਸ ਮੀਟਿੰਗ ਨੂੰ? ਕਿਹੜੇ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੇ ਕੀ ਮੁੱਖ ਮੁੱਦੇ ਰਹਿਣਗੇ ਇਸ ਮੀਟਿੰਗ ਦੇ ਵਿੱਚ? ਦੇਖੋ ਬਹੁਤ ਸੰਭਾਵਨਾ ਹੈ ਕਿ ਅੱਜ ਇੱਕ ਹਾਈ ਲੈਵਲ ਕਮੇਟੀ ਦੇ ਨਾਲ ਹਾਈ ਲੈਵਲ ਪੱਧਰ ਦੀਆਂ ਮੀਟਿੰਗਾਂ ਭਗਵੰਤ ਮਾਨ ਕਰ ਸਕਦੇ ਨੇ। ਕੁਝ ਦਿਨਾਂ ਤੋਂ ਲਗਾਤਾਰ ਦਬਾਅ ਵਿਰੋਧੀ ਧਿਰਾਂ ਬਣਾ ਰਹੀਆਂ ਨੇ। ਖਾਸ ਤੌਰ 'ਤੇ ਜਿਹੜਾ ਮਾਮਲਾ ਸੀ ਵਿਸਫੋਟਕ ਵਾਲਾ, ਜਿਹੜਾ ਇੰਟੈਲੀਜੈਂਸ ਦੇ ਦਫ਼ਤਰ 'ਤੇ, ਉਸ ਤੋਂ ਬਾਅਦ ਤਾਂ ਮੰਗ ਪ੍ਰਤਾਪ ਬਾਜਵਾ ਨੇ ਇੱਥੋਂ ਤੱਕ ਕਰਤੀ ਕਿ ਸਰਕਾਰ ਆਲ ਪਾਰਟੀ ਮੀਟਿੰਗ ਬੁਲਾਵੇ, ਸਰਵਦਲੀ ਬੈਠਕ ਬੁਲਾਵੇ ਅਤੇ ਸਰਕਾਰ ਵਿਰੋਧੀ ਪਾਰਟੀਆਂ ਨੂੰ ਵੀ ਕੌਨਫੀਡੈਂਸ 'ਚ ਲਵੇ ਕਿ ਪੰਜਾਬ ਦੇ ਲੈਂਡ ਆਰਡਰ, ਅਮਨ ਕਾਨੂੰਨ ਦੇ ਲਈ, ਸਿਕਿਉਰਿਟੀ ਦੇ ਲਈ ਸਰਕਾਰ ਕੀ ਕਰ ਰਹੀ ਹੈ। ਮੈਨੂੰ ਲੱਗਦਾ ਹਜੇ ਆਲ ਪਾਰਟੀ ਮੀਟਿੰਗ ਬੁਲਾਉਣ ਦਾ ਕੋਈ ਇਰਾਦਾ ਸਰਕਾਰ ਦਾ ਨਹੀਂ ਹੈ, ਪਰ ਵੱਡੇ ਅਫਸਰਾਂ ਦੇ ਨਾਲ ਜਿਹੜੀਆਂ ਮੀਟਿੰਗਾਂ ਨੇ ਉਹ ਅੱਜ ਹੋ ਸਕਦੀਆਂ ਨੇ। ਅੱਜ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਹੋ ਸਕਦੀ, ਕਮਿਸ਼ਨਰ ਪੱਧਰ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਹੋ ਸਕਦੀਆਂ ਨੇ। ਔਰ ਇਹਨਾਂ ਹਾਈ ਲੈਵਲ ਦੀਆਂ ਮੀਟਿੰਗਾਂ ਦੇ ਪਿੱਛੇ ਮੁੱਖ ਰਣਨੀਤੀ ਹੈ ਜਿਹੜੀ ਉਹ ਇਹੀ ਹੈ ਕਿ ਪੰਜਾਬ 'ਚ ਲੈਂਡ ਆਰਡਰ ਕਿਵੇਂ ਮੇਨਟੇਨ ਕਰਕੇ ਰੱਖਣਾ ਹੈ ਔਰ ਪੰਜਾਬ 'ਚ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਉਹ ਹੋਰ ਕਿਵੇਂ ਜਾਗਰੂਕ ਕਰਕੇ ਰੱਖਣੀਆਂ ਨੇ ਔਰ ਪ੍ਰਸ਼ਾਸਨਿਕ ਤੌਰ 'ਤੇ ਜਿਹੜੀਆਂ ਸੇਵਾਵਾਂ ਨੇ ਉਹ ਲੋਕਾਂ ਨੂੰ ਬਿਹਤਰ ਤਰੀਕੇ ਨਾਲ ਕਿਵੇਂ ਮਿਲਣ। ਇਹ ਸਾਰੇ ਵਿਸ਼ੇ ਨੇ ਜਿਹੜੇ ਅੱਜ ਦੀਆਂ ਇਹਨਾਂ ਹਾਈ ਲੈਵਲ ਮੀਟਿੰਗਸ ਦੇ ਰਹਿ ਸਕਦੇ ਨੇ। ਔਰ ਇਸ ਤੋਂ ਇਲਾਵਾ ਇਹ ਵੀ ਗੱਲ ਕੀਤੀ ਜਾ ਸਕਦੀ ਹੈ ਕਿਉਂਕਿ 31 ਮਈ ਤੱਕ ਦਾ ਅਲਟੀਮੇਟਮ ਦਿੱਤਾ ਭਗਵੰਤ ਮਾਨ ਹੋਣਾ ਨੇ ਕਿ ਜਿਨ੍ਹਾਂ ਨੇ ਵੀ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਕੀਤੇ, ਭਾਵੇਂ ਪੰਚਾਇਤ ਦੀਆਂ ਜ਼ਮੀਨਾਂ, ਭਾਵੇਂ ਨਗਰ ਕਮੇਟੀ ਦੀਆਂ ਜ਼ਮੀਨਾਂ ਨੇ, ਸੋ ਉਹਨਾਂ ਨੂੰ 31 ਮਾਰਚ ਤੱਕ ਛੱਡੋ, ਨਹੀਂ ਤਾਂ ਉਸ ਤੋਂ ਬਾਅਦ ਫਿਰ ਜਿਹੜੇ ਖਰਚੇ ਨੇ ਪੁਰਾਣੇ ਜਾਂ ਫਿਰ ਕੇਸ ਵੀ ਸਰਕਾਰ ਰਜਿਸਟਰ ਕਰ ਸਕਦੀ ਹੈ। ਸੋ ਇਸ ਕਰਕੇ ਗੱਲ ਬੜੀ ਸਾਫ਼ ਹੈ ਕਿ ਐਡਮਿਨਿਸਟ੍ਰੇਟਿਵ ਰਿਫਾਰਮਸ ਦੇ ਨਾਲ ਜਿਹੜੇ ਇਹ ਪੁਰਾਣੇ ਮਾਮਲੇ ਨੇ ਇਹਨਾਂ ਨੂੰ ਨਿਪਟਾਉਣ ਦੇ ਲਈ ਵੀ ਭਗਵੰਤ ਮਾਨ ਨੇ ਉਹ ਬੜੀ ਤੇਜ਼ੀ ਨਾਲ ਅੱਗੇ ਵਧ ਰਹੇ ਨੇ।
ਤੇ ਉਧਰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ ਸੂਬਾ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸਰਕਾਰੀ ਜ਼ਮੀਨਾਂ ਦੇ ਉੱਪਰ ਜਿਸ ਦੇ ਵੀ ਨਜਾਇਜ਼ ਕਬਜ਼ੇ ਨੇ 31 ਮਈ ਤੱਕ ਉਹ ਕਬਜ਼ਾ ਸਰਕਾਰ ਨੂੰ ਦੇ ਦੇਣ, ਨਹੀਂ ਤਾਂ ਸਰਕਾਰ ਇਸ ਮਾਮਲੇ ਦੇ ਵਿੱਚ ਉਚਿਤ ਕਾਨੂੰਨੀ ਕਾਰਵਾਈ ਕਰੇਗੀ। ਸੀਐਮ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਗੱਲ ਦਾ ਐਲਾਨ ਕੀਤਾ ਹੈ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਇਸ ਮੁੱਦੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਹੈ। ਪਿਛਲੇ ਸਾਲਾਂ 'ਚ ਚਾਹੇ ਉਹ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ, ਚਾਹੇ ਕਾਂਗਰਸ ਦੀ ਸਰਕਾਰ ਰਹੀ ਹੈ, ਪੰਜਾਬ ਦੇ ਰਿਸੋਰਸਸ ਨੂੰ, ਪੰਜਾਬ ਦੀਆਂ ਜ਼ਮੀਨਾਂ ਨੂੰ ਵੱਡੇ ਸਤਰ ਤੇ ਲੁੱਟ-ਖਸੁੱਟ ਹੁੰਦੀ ਰਹੀ ਹੈ। ਫਿਰ ਲੋਕਾਂ ਨੇ ਇੱਕ ਫੈਸਲਾ ਲਿਆ, ਮਾਣਯੋਗ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਪੰਜਾਬ ਦੇ ਲੋਕਾਂ ਨੇ, ਜਿਹਨੂੰ ਅਸੀਂ ਕਹਿੰਦੇ ਬਦਲਾਵ। ਅੱਜ ਬਦਲਾਵ ਦਾ ਨਤੀਜਾ ਇਹ ਹੈ ਕਿ ਜਿਹੜੇ ਸੂਬੇ ਦੀਆਂ ਪਹਿਲਾਂ ਸਰਕਾਰੀ ਪੰਚਾਇਤੀ ਜ਼ਮੀਨਾਂ ਲੁੱਟੀਆਂ ਜਾਂਦੀਆਂ ਸੀ, ਵਿਉਂਤਬੰਦੀਆਂ ਬਣਾਈਆਂ ਜਾਂਦੀਆਂ ਸੀ ਲੁੱਟਣ ਦੀਆਂ, ਅੱਜ ਪੰਜਾਬ ਸਰਕਾਰ ਮਾਣਯੋਗ ਮੁੱਖ ਮੰਤਰੀ ਜੀ ਦੇ ਆਦੇਸ਼ਾਂ ਤੇ ਸਾਡੇ ਪੰਚਾਇਤ ਮਿਨਿਸਟਰ ਧਾਲੀਵਾਲ ਸਾਹਿਬ ਸਰਕਾਰੀ ਜ਼ਮੀਨਾਂ ਤੇ ਹੋਏ ਕਬਜ਼ੇ, ਇਲੀਗਲ ਜਿਹੜੀ ਡਾਕਾ ਪਿਆ ਸਰਕਾਰੀ ਜ਼ਮੀਨਾਂ ਤੇ, ਪੰਚਾਇਤੀ ਜ਼ਮੀਨਾਂ ਤੇ, ਉਹਨਾਂ ਨੂੰ ਵਾਪਸੀ ਹੋਣ ਲੱਗੀ ਹੈ। ਪੰਚਾਇਤੀ ਜ਼ਮੀਨਾਂ, ਸਰਕਾਰੀ ਜ਼ਮੀਨਾਂ ਵਾਪਸ ਪੰਜਾਬ ਸਰਕਾਰ ਨੂੰ ਆਉਣ ਲੱਗੀਆਂ। ਇਹ ਬਦਲਾਵ ਹੈ। ਜਦੋਂ ਸਰਕਾਰ ਦਾ ਮੁਖੀਆ ਇਮਾਨਦਾਰ ਹੈ, ਸਰਕਾਰ ਦੀ ਨੀਅਤ ਔਰ ਨੀਤੀ ਸਾਫ਼ ਹੈ, ਜਦੋਂ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਸਰਕਾਰ ਬਣਦਿਆਂ ਹੀ ਇਹ ਗੱਲ ਕਹਿਤੀ ਸੀ, ਜਿੱਥੇ ਅਸੀਂ ਅਗਲੇ ਆਉਣ ਵਾਲੇ 5 ਸਾਲ ਦੇ ਆਪਣੀ ਸਰਕਾਰ ਦਾ ਹਿਸਾਬ ਕਿਤਾਬ ਵੀ ਦੇਵਾਂਗੇ, ਉੱਥੇ ਪਿਛਲੇ ਸਾਲਾਂ 'ਚ ਜਿਹੜੀ ਇਲੀਗਲ ਲੁੱਟ ਖਸੁੱਟ ਹੋਈ ਆ ਪੰਜਾਬ ਦੇ ਲੋਕਾਂ ਨਾਲ, ਪੰਜਾਬ ਨਾਲ, ਉਹਦਾ ਹਿਸਾਬ ਕਿਤਾਬ ਵੀ ਦੇਵਾਂਗੇ। ਤੇ ਉਧਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੰਮ੍ਰਿਤਸਰ ਦੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਪੰਥਕ ਇਕੱਠ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੇ ਇਸ ਇਕੱਠ ਦੇ ਵਿੱਚ ਹਿੱਸਾ ਲਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਜਿਹੜੇ ਲੋਕ ਅੱਜ ਤੱਕ ਇਕੱਠੇ ਨਹੀਂ ਸੀ, ਅੱਜ ਇਕੱਠੇ ਇੱਕ ਪਲੇਟਫਾਰਮ ਤੇ ਹੋਏ ਹੈ ਤੇ ਯੂਨੈਨਿਮਸਲੀ ਫੈਸਲਾ ਕੀਤਾ, ਸਾਰੀ ਜਥੇਬੰਦੀਆਂ ਨੇ, ਮਹਾਂਪੁਰਖਾਂ ਨੇ, ਨਿਹੰਗ ਸਿੰਘ ਜਥੇਬੰਦੀਆਂ ਨੇ, ਵੱਖ-ਵੱਖ ਅਕਾਲੀ ਦਲ ਜਿਹੜੇ ਬਣੇ ਉਹਨਾਂ ਨੇ, ਕਿ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਦੀ ਅਗਵਾਈ ਥੱਲੇ ਕਮੇਟੀ ਬਣਾ ਕੇ ਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਆਪਾਂ ਸੰਘਰਸ਼ ਕਰਾਂਗੇ। ਜੋ ਪ੍ਰੋਗਰਾਮ ਆ ਕਮੇਟੀ ਬਣਾਏਗੇ, ਅਸੀਂ ਸਾਰੇ ਉਹ ਪ੍ਰੋਗਰਾਮ ਨੂੰ ਮੰਨਾਂਗੇ ਤੇ ਉਹ ਅਸੀਂ ਆਹ ਮਿਸ਼ਨ ਨੂੰ ਕੰਪਲੀਟ ਕਰਾਂਗੇ। ਉਹ ਜਿਹੜਾ ਹੈਗਾ, ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਅਗਵਾਈ ਥੱਲੇ ਕਮੇਟੀ ਬਣੂਗੀ। ਹੁਣ ਜਿਹੜੀ ਜੋ ਫੈਸਲਾ ਉਹ ਕਰਨਗੇ, ਸ਼੍ਰੋਮਣੀ ਅਕਾਲੀ ਦਲ ਨੇ ਉੱਥੇ ਬਿਆਨ ਦਿੱਤਾ ਹੈ ਤੇ ਵੱਖ-ਵੱਖ ਜਥੇਬੰਦੀਆਂ ਨੇ ਵੀ ਕਿਹਾ ਕਿ ਜੋ ਕਮੇਟੀ ਫੈਸਲਾ ਕਰੂਗੀ, ਜੋ ਆਦੇਸ਼ ਦੇਣਗੇ, ਜੋ ਪ੍ਰੋਗਰਾਮ ਦੇਣਗੇ, ਅਸੀਂ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰਾਂਗੇ। ਦੇਖੋ 27 ਸਾਲ ਹੋ ਗਈ, 32 ਸਾਲ ਇੱਕ ਆਪਣੇ ਸਿੰਘ ਨੂੰ 32 ਸਾਲ ਹੋ ਗਏ ਜੇਲ੍ਹ 'ਚ, 8 ਫੁੱਟ 4 ਫੁੱਟ ਦੇ ਸੈੱਲ ਵਿੱਚ 32 ਸਾਲ ਰਹਿਣਾ ਕਿੰਨਾ ਔਖਾ ਹੈ। ਇੱਕ ਦਿਨ ਪਰੋਲ ਨਹੀਂ ਮਿਲੀ। ਇਹ ਜੀ ਬੇਇਨਸਾਫੀ ਮੈਨੂੰ ਲੱਗਦਾ ਦੁਨੀਆ ਦੇ ਇਤਿਹਾਸ 'ਚ ਨਹੀਂ ਹੈ। ਜਿਹੜੇ ਬੰਦੀ ਸਿੰਘ ਹਕੂਮਤ ਨੇ 30 ਸਾਲ ਤੋਂ ਅੰਦਰ ਕੀਤੇ ਗਏ ਹੈ, ਉਹਨਾਂ ਨੂੰ ਹੁਣ ਆਪਾਂ ਨੇ ਜ਼ਰੂਰ ਕਢਾਉਣਾ ਹੈ। ਬੇਸ਼ੱਕ ਮੋਰਚਾ ਲੱਗ ਜੇ ਜਾਂ ਹਕੂਮਤ ਸੁਲਹ ਦੇ ਨਾਲ ਸਾਰਿਆਂ ਨੂੰ ਰਿਹਾ ਕਰਾ ਦੇ। ਤੇ ਉਧਰ ਕਾਂਗਰਸ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਦਾ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਤਿੱਖਾ ਬਿਆਨ ਸਾਹਮਣੇ ਆਇਆ। ਮੈਂ ਕਿਸੇ ਵੀ ਵਕੀਲ ਦਾ ਮੈਂ ਸਪੈਸੀਫਿਕ ਨਾਮ ਨਹੀਂ ਲੈਂਦਾ। ਜਿਹੜੇ 25-25 ਲੱਖ ਰੁਪਏ ਇੱਕ ਤਰੀਕ ਦਾ ਲੈਂਦੇ ਆ, ਉਹਨਾਂ ਨੂੰ ਕੌਣ ਹਾਇਰ ਕਰਦਾ? ਰਾਜੋਆਣੇ ਦਾ ਕੇਸ ਆ ਜਿਹੜਾ ਇਸ ਵੇਲੇ 25 ਲੱਖ ਇੱਕ ਤਰੀਕ ਦੇ ਲੈਂਦੇ ਨੇ ਮੁਗਲ ਜੀ, ਤੇ ਉਹਨਾਂ ਦੀ ਹਰ ਤਰੀਕ ਜਿਹੜੀ ਆ, ਇਹਦੇ ਪਿੱਛੇ ਕੌਣ ਪੈਸੇ ਦੇ ਰਿਹਾ, ਕੌਣ ਇਹਨਾਂ ਨੂੰ ਐਡੀ ਵੱਡੀ ਫੰਡਿੰਗ ਕਰ ਰਿਹਾ ਵੀ ਦੇਸ਼ ਦੇ ਸਭ ਤੋਂ ਵੱਡੇ ਵਕੀਲ
ਇਹ ਸਾਰੇ ਟੈਰਰਿਸਟਾਂ ਦੇ ਕੇਸ ਕੱਢ ਰਹੇ ਆ, ਕਿੱਥੋਂ ਪੈਸਾ ਆ ਰਿਹਾ, ਇਹਦੀ ਜਾਂਚ ਵੀ ਜਿਹੜੀ ਸਰਕਾਰ ਨੂੰ ਮੈਂ ਵੇਖੂਗਾ ਕਰਨੀ ਚਾਹੀਦੀ ਆ। ਰਵਨੀਤ ਸਿੰਘ ਬਿੱਟੂ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇਸ ਦੇ ਉੱਪਰ ਪ੍ਰਤੀਕਰਮ ਜ਼ਾਹਿਰ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਰਨਜੀਤ ਸਿੰਘ ਬਰਾੜ ਨੇ ਇਲਜ਼ਾਮ ਲਗਾਏ ਨੇ ਕਿ ਰਵਨੀਤ ਬਿੱਟੂ ਆਪਣੇ ਬਿਆਨਾਂ ਤੋਂ ਮੁੱਕਰ ਗਏ ਨੇ। ਦੇਖੋ, ਇੱਕ ਗੱਲ ਹੈ ਕਿ ਰਵਨੀਤ ਬਿੱਟੂ ਗਾਹੇ ਬਗਾਹੇ ਭਾਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਬਾਰੇ ਬੋਲਣਾ ਹੋਵੇ, ਭਾਵੇਂ ਐਸਜੀਪੀਸੀ ਤੇ ਕੋਈ ਜਿਹੜਾ ਹੈਗੇ ਗਲਤ ਕਮੈਂਟ ਕਰਨੇ ਹੋਣ, ਜਾਂ ਇਹ ਬੰਦੀ ਸਿੰਘਾਂ ਬਾਰੇ ਹੁਣ ਇੱਕ ਨਵੀਂ ਗੱਲ ਇਹਨੇ ਸ਼ੁਰੂ ਕੀਤੀ ਹੋਈ ਹੈ, ਇਹ ਅਤ ਨਿੰਦਣਯੋਗ ਹੈ। ਯਾਦ ਕਰੇ ਖੁਦ ਰਵਨੀਤ ਬਿੱਟੂ ਨੇ ਕਿਹਾ ਸੀ ਕਿ ਜੇ ਕੇਂਦਰ ਖੇਤੀ ਕਾਨੂੰਨ ਰੱਦ ਕਰ ਦੂ ਤੇ ਅਸੀਂ ਵੀ ਸਾਰੇ ਦੇ ਸਾਰੇ ਬੰਦੀ ਸਿੰਘਾਂ ਦੇ ਰਿਹਾਈ ਲਈ ਜਿਹੜੇ ਹੈਗੇ ਆ ਉਹ ਨਾਲ ਹੋ ਕੇ ਤੁਰਾਂਗੇ। ਪਹਿਲੀ ਗੱਲ ਉਸ ਗੱਲ ਤੋਂ ਪਲਟਿਆ। ਦੂਜੀ ਗੱਲ, ਤੁਹਾਡੇ ਆਕਾ ਦਿੱਲੀ 'ਚ ਬੈਠੇ ਗਾਂਧੀ ਪਰਿਵਾਰ ਨੇ ਰਾਜੀਵ ਗਾਂਧੀ ਦੇ ਜਿਹੜੇ ਕਤਲ ਦੇ ਵਿੱਚ ਲੋਕ ਸੀ ਉਹਨਾਂ ਨੂੰ ਮਾਫ ਕਰਤਾ। ਤੁਸੀਂ ਕੁਝ ਉਹਨਾਂ ਤੋਂ ਹੀ ਸਿੱਖ ਲਓ। ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਨੇ ਕੋਸ਼ਿਸ਼ ਕਰਕੇ ਜਿਹੜੀ ਫਾਂਸੀ ਦੀ ਉਸ ਵੇਲੇ ਆਰਡਰ ਸੀਗਾ ਉਹ ਵਾਪਸ ਕਰਾਉਣ ਲਈ ਪਟੀਸ਼ਨ ਪਾਈ ਤੇ 550 ਸਾਲਾਂ ਤੇ ਕੇਂਦਰ ਸਰਕਾਰ ਨੇ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਉਮਰ ਕੈਦ 'ਚ ਕਰਤੀ। ਉਮਰ ਕੈਦ ਤੋਂ ਵੱਧ ਰਾਜੋਆਣਾ ਸਾਹਿਬ ਪਹਿਲਾਂ ਹੀ ਸਜ਼ਾ ਕੱਟ ਚੁੱਕੇ ਆ, ਕਿਉਂਕਿ 26, 27, 28 ਸਾਲ ਬਿਨਾਂ ਪੈਰੋਲ ਤੋਂ ਉਹ ਜੇਲ੍ਹ ਦੇ ਵਿੱਚ ਬੈਠੇ ਹੋਏ ਨੇ। ਇਸ ਕਰਕੇ ਬਿੱਟੂ ਸਾਹਿਬ ਨੂੰ ਇੱਕ ਤਾਂ ਆਪਣੀ ਜ਼ੁਬਾਨ ਤੇ ਥੋੜਾ ਕੰਟਰੋਲ ਰੱਖਣਾ ਚਾਹੀਦਾ ਹੈ। ਤੇ ਉਧਰ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਕਾਂਗਰਸ ਦੀ ਚਿੰਤਨ ਕਮੇਟੀ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੂਰੇ ਪੰਜਾਬ ਦੇ ਵਿੱਚ ਝੋਨਾ ਇੱਕੋ ਹੀ ਸਮੇਂ ਲੱਗਣਾ ਚਾਹੀਦਾ ਹੈ। ਭਾਰਤੀ ਕਿਸਾਨ ਯੂਨੀਅਨ ਨੇ ਮੰਤਰੀ ਨਾਲ ਗੱਲ ਕੀਤੀ, ਉਹ ਮੈਂ ਅੱਜ ਹੀ ਚਿੱਠੀ ਜੀ ਵਿਦਿਨ 5-7 ਮਿੰਟਸ ਭਗਵੰਤ ਮਾਨ ਜੀ ਨੂੰ ਵੀ ਮੈਂ ਲਿਖੀ ਹੈ ਐਂਡ ਜੋ ਵੀ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਸੀ ਉਹਦੇ ਨਾਲ ਬਿਲਕੁਲ ਸਹਿਮਤ ਹਾਂ। ਇਹ ਟੋਟਲ ਵਿਤਕਰਾ ਕੀਤਾ ਜਾ ਰਿਹਾ ਹੈ, ਗਲਤ ਪਾਲਿਸੀ ਹੈ ਐਂਡ ਅਸੀਂ ਇਹਨੂੰ ਰਿਜੈਕਟ ਕਰ ਰਹੇ ਹਾਂ। ਝੋਨਾ 10 ਜੂਨ ਨੂੰ ਸਾਰੇ ਪੰਜਾਬ 'ਚ ਇੱਕੋ ਟਾਈਮ ਤੇ ਲੱਗੇ। ਹੀ ਕੈਨੋਟ ਡਿਸਕ੍ਰਿਮੀਨੇਟ। ਭਗਵੰਤ ਮਾਨ ਜੀ ਡਿਸਕ੍ਰਿਮੀਨੇਟ ਨਹੀਂ ਕਰ ਸਕਦੇ। ਇੱਕ ਏਰੀਆ ਪਹਿਲੇ ਸ਼ੁਰੂ ਹੋਏਗਾ, ਦੂਜਾ ਉਸ ਤੋਂ ਬਾਅਦ ਫਿਰ ਐਂਡ ਜਿਹੜਾ ਸਾਡੇ ਵਾਲੀ ਬੈਲਟ ਹੈ ਦੁਆਬੇ ਤੇ ਮਾਝੇ ਵਾਲੀ, ਇਹਨੂੰ ਲਾਸਟ ਤੇ ਲੈ ਕੇ ਗਏ। ਸਾਰਿਆਂ ਨੂੰ ਅਰਲੀ ਜਿਹੜਾ ਝੋਨਾ ਹੁੰਦਾ ਉਹਦੀ ਬਜਾਈ ਮਾਝੇ ਵਿੱਚ ਹੁੰਦੀ ਸੀ, ਇਹਨੂੰ ਲਾਸਟ 'ਚ ਲੈ ਗਏ ਐਂਡ ਕਲਾਈਮੈਟਿਕ ਚੇਂਜਸ ਦੇ ਕਾਰਨ ਇਹਦੇ ਵਿੱਚ ਜੇ ਲਾਸਟ ਤੇ ਅਸਰ ਸਾਡਾ ਹਫਤਾ ਜਾਂ 10 ਦਿਨ ਲੇਟ ਹੁੰਦਾ ਤੇ ਮੋਇਸਚਰ ਕੰਟੈਂਟ ਸਾਡੇ ਝੋਨੇ 'ਚ ਬਹੁਤ ਜ਼ਿਆਦਾ ਵੱਧ ਹੋਣਾ। ਔਰ ਜਦੋਂ ਤੁਹਾਨੂੰ ਪਤਾ ਝੋਨੇ ਦੀ ਖਰੀਦ ਹੁੰਦੀ ਹੈ ਮੋਇਸਚਰ ਕੰਟੈਂਟ ਕਰ ਫਿਰ ਝੋਨਾ ਖਰੀਦਿਆ ਨਹੀਂ ਜਾਂਦਾ। ਸੋ ਇਹ ਤਾਂ ਬਹੁਤ ਬੜਾ ਨੁਕਸਾਨ ਸਾਡੀ ਇਸ ਨੂੰ ਕਿਸਾਨਾਂ ਨੂੰ ਹੋਏਗਾ ਐਂਡ ਕਿਸਾਨਾਂ ਨੇ ਟੋਟਲ ਰਿਜੈਕਟ ਕਰ 17 ਤਰੀਕ ਨੂੰ ਪ੍ਰੋਟੈਸਟ ਕਰਨ ਦੀ ਗੱਲਬਾਤ ਕੀ ਕਾਂਗਰਸ ਉਹਨਾਂ ਦੇ ਨਾਲ ਖੜੇਗੀ? 110% ਅਸੀਂ ਨਿਰਾ ਉਹੀ ਨਹੀਂ ਕਰਾਂਗੇ। ਅਸੀਂ ਉਹਨਾਂ ਦੇ ਨਾਲ ਜੇ ਉਹ ਇਜਾਜ਼ਤ ਦੇਣਗੇ ਤੇ ਮੈਂ ਵੀ ਉਸ ਉਹਨਾਂ ਦੇ ਧਰਨੇ ਵਿੱਚ ਪਾਰਟਿਸਿਪੇਟ ਕਰਾਂਗਾ, ਬਟ ਪ੍ਰਾਇਮਰੀਲੀ ਉਹ ਉਹਨਾਂ ਨੂੰ ਪੁੱਛ ਕੇ। ਕਈ ਵਾਰ ਤੁਹਾਨੂੰ ਪਤਾ ਕਿਸਾਨ ਯੂਨੀਅਨ ਕਹਿ ਦਿੰਦੀ ਹੈ ਕਿ ਇਹਨੂੰ ਅਸੀਂ ਪੋਲੀਟੀਕਲਾਈਜ਼ ਨਹੀਂ ਕਰਨਾ ਚਾਹੁੰਦੇ। ਜੇ ਤੇ ਉਹ ਸਿਆਸੀ ਆਦਮੀਆਂ ਨੂੰ ਤੇ ਸਿਆਸੀ ਜਮਾਤਾਂ ਨੂੰ ਅਲਾਓ ਕਰਨਗੇ, ਸਾਡੀ ਸੋਲੀਡੈਰਿਟੀ ਜੋ ਕਿਸਾਨ ਯੂਨੀਅਨਸ ਕਹਿ ਰਹੀਆਂ ਬਿਲਕੁਲ ਸਹੀ ਕਹਿ ਰਹੀਆਂ ਐਂਡ ਵੀ ਵਿਲ ਸਟੈਂਡ ਬਾਈ ਵਟਐਵਰ ਦਿਸ। ਤੇ ਉਧਰ ਹਰਿਆਣਾ ਤੋਂ ਸੀਨੀਅਰ ਆਗੂ ਭੁਪਿੰਦਰ ਸਿੰਘ ਹੁੱਡਾ ਵੀ ਇਸ ਮੀਟਿੰਗ ਦੇ ਵਿੱਚ ਪਹੁੰਚੇ। ਇਸ ਮੀਟਿੰਗ ਤੋਂ ਬਾਅਦ ਭੁਪਿੰਦਰ ਹੁੱਡਾ ਨੇ ਵੀ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਹੈ। जो डिस्कशन ड्राफ्ट तैयार किया है उस पर चर्चा हुई और साथियों को मैंने कहा है और सदस्यों को और भी सुझाव होंगे, लेकिन बाई एंड लार्ज जो हमारा डिस्कशन है ड्राफ्ट तैयार हुआ है सभी ने सहमति इसमें जताई है और ये जो है ड्राफ्ट वहाँ पर शिविर में रखा जाएगा और वहाँ और भी सभी बड़े ग्रुप में जो डिस्कशन होगी उसके बाद फाइनलाइज किया जाएगा। सर आपने सभी किसानों से बात की, मुख्य मांग एमएसपी की ही आ रही है या कुछ और भी आ रही है? नहीं, वो बहुत अनेक मांगे हैं, बहुत मांगे हैं, एमएसपी भी है और भी चीज़ें हैं जो आज किसान फेस कर रहा है। ਤੇ ਉਧਰ ਬੀਜੇਪੀ ਦਿੱਲੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਆਗੂਆਂ ਵੱਲੋਂ ਅਰਵਿੰਦ ਕੇਜਰੀਵਾਲ ਤੇ ਸਾਜ਼ਿਸ਼ ਰਚਨ ਦੇ ਇਲਜ਼ਾਮ ਲਗਾਏ ਗਏ। ਦਿੱਲੀ ਤੋਂ ਬੀਜੇਪੀ ਦੇ ਆਗੂ ਤਜਿੰਦਰ ਬੱਗਾ ਵੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਸਨ। ये केजरीवाल जो तानाशाही और जो लोकतंत्र जो जिस तरह तुगलकी फरमान उन्होंने जारी किया, और हद तो तब हो गई जब उन्होंने पंजाब पुलिस को फरमान दिया कि जैसे हो बग्गा को आप घसीट कर लेके आओ। पगड़ी पहनने का अवसर नहीं दिया, टर्बन बांधने का मौका नहीं दिया। एक सिख के लिए सबसे बड़ा जो गौरव होता है वो उसकी पगड़ी होती है
और उस पगड़ी को भी आपने पहनने का मौका नहीं दिया। सिखों के जो सबसे बड़ी मान्यता, उसका अपमान करने का काम, उसके जुर्म के दोषी भी केजरीवाल है। नाजायज तरीके से मेरी पंजाब पुलिस द्वारा किडनैपिंग कराई गई, मुझे गिरफ्तार कराया गया। मेरा दोष क्या था? मेरा दोष ये था कि मैं अरविंद केजरीवाल जी से पूछता था कि गुरु ग्रंथ साहब जी के बेदबी करने वालों को जेल के अंदर कब डालोगे? आपने ही तो कहा था कि 24 घंटे के अंदर जेल के अंदर डालेंगे। उनको 2 महीने बीत गए, कब जेल में डालोगे? मुझे लगता है ये अरविंद केजरीवाल जो अपना दम्भ दिखाना चाहते थे, जो अपना घमंड दिखाना चाहते थे, उनको हाईकोर्ट ने ऐसे करारा तमाचा मारा है कि वो कई महीनों तक अपना चेहरा दिखाने लायक नहीं रहे। आज भगवंत मान की जो स्थिति हुई है, जो पंजाब पुलिस की स्थिति हुई है, वो पंजाब पुलिस कभी ऐसी थी जिसने आतंकवाद को परास्त किया था। वो पंजाब पुलिस को देश सलाम करता था, जिसने 2 दशक पुराने खालिस्तान के आतंकवाद को परास्त किया था। आज वो पंजाब पुलिस को काम क्या दे दिया गया है कि अगर कोई अरविंद केजरीवाल के खिलाफ ट्वीट करे, चाहे वो नवीन कुमार हो, चाहे वो प्रीति गांधी हो, चाहे वो डॉक्टर कुमार विश्वास हो, या कांग्रेस की नेता अलका लांबा हो, चाहे मैं हूं, उसके खिलाफ पुलिस भेज दी जाए क्योंकि उनको डर लगता है उन ट्वीट से। तो मैं उनको कहना चाहता हूं, भारतीय जनता पार्टी का कार्यकर्ता कभी डरने वाला नहीं है। आप 1 नहीं 1000 मेरे खिलाफ FIR करोगे, तब भी मैं आपसे सवाल पूछूंगा कि गुरु ग्रंथ साहब जी की बेदबी करने वालों को जेल की सलाखों में कब डालोगे। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਦੇ ਰੂਬਰੂ ਹੋਏ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਰਾਜਸਥਾਨ ਦੇ ਵਿੱਚ ਸਿੱਖਾਂ ਉੱਪਰ ਕੀਤੀ ਜਾ ਰਹੀ ਕਾਰਵਾਈ ਤੇ ਆਪਣਾ ਰੋਸ ਜ਼ਾਹਿਰ ਕੀਤਾ ਹੈ। ਉਹਨਾਂ ਇਸ ਮਾਮਲੇ ਦੇ ਵਿੱਚ ਨਿਰਪੱਖ ਤੌਰ ਤੇ ਇਨਸਾਫ ਦੀ ਮੰਗ ਕੀਤੀ ਹੈ। ਭਾਰਤ ਦੇ ਵਿੱਚ ਸਿੱਖ ਜਿਹੜੇ ਨੇ ਉਹ ਮਿਨੋਰਟੀ ਨੇ। ਸਿੱਖਾਂ ਨੂੰ ਮਿਨੋਰਟੀ ਦਾ ਜਿਹੜਾ ਹੈ ਉਹ ਸਟੇਟਸ ਮਿਲਿਆ ਹੋਇਆ ਔਰ ਸਿੱਖਾਂ ਦਾ ਪੂਰੇ ਦੇਸ਼ ਦੇ ਅੰਦਰ, ਭਾਰਤ ਦੇ ਅੰਦਰ ਮਿਨੋਰਟੀ ਸਟੇਟਸ ਜਿਹੜਾ ਹੈ ਉਹ ਬਰਕਰਾਰ ਰਹਿਣਾ ਚਾਹੀਦਾ। ਇਹਨੂੰ ਤੋੜਨ ਦਾ ਯਤਨ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ। ਦੂਸਰਾ ਇੱਕ ਮੰਦਭਾਗੀ ਸਾਨੂੰ ਖਬਰ ਜਿਹੜੀ ਮਿਲੀ ਹੈ ਉਹ ਇਹ ਮਿਲੀ ਹੈ ਕਿ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੇ ਅੰਦਰ ਉਹਦੇ ਚੇਲਿਆਂ ਵੱਲੋਂ ਕੋਰਟ ਦੇ ਵਿੱਚ ਝੂਠੀਆਂ ਮੋਠੀਆਂ ਜਿਹੜੀਆਂ ਐਪਲੀਕੇਸ਼ਨ ਦੇ ਕੇ ਤੇ ਮੁਕੱਦਮੇ ਦਰਜ ਕਰਾਏ ਜਾਂਦੇ ਨੇ। ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਰਟ ਦੇ ਵਿੱਚ ਪੇਸ਼ ਹੋਣ ਦੇ ਲਈ ਅਦਾਲਤ ਤੋਂ ਆਦੇਸ਼ ਜਾਰੀ ਕਰਵਾ ਦਿੱਤਾ ਜਾਂਦਾ, ਜਿਹੜੀ ਸਾਨੂੰ ਜਾਣਕਾਰੀ ਮਿਲੀ ਉਹਦੇ ਮੁਤਾਬਕ। ਕਦੇ ਤਖਤ ਸਾਹਿਬਾਨ ਦੇ ਉੱਤੇ ਪਰਚੇ ਦਰਜ ਕਰਾਉਣ ਦਾ ਆਦੇਸ਼ ਜਾਰੀ ਕਰਵਾ ਦਿੱਤਾ ਜਾਂਦਾ। ਤੇ ਹੁਣ ਜਿਹੜਾ ਉੱਥੇ ਘਟੀਆ ਕਿਸਮ ਦਾ ਜਿਹੜਾ ਕੰਮ ਹੋਇਆ ਕਿ ਨਗਰ ਕੀਰਤਨ ਦੇ ਵਿੱਚ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਜਿਹੜਾ ਹੈ ਉੱਥੇ ਕਿਤੇ ਲਾਉਣ ਦੇ ਦੋਸ਼ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਾਇਆ ਗਿਆ, ਜੇਕਰ ਬਹੁਤ ਹੀ ਮੰਦਭਾਗਾ ਹੈ। ਸੰਤਾਂ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਕੋਈ FIR ਦਰਜ ਨਹੀਂ ਹੈ ਤੇ ਫਿਰ ਉਹਨਾਂ ਦੀ ਤਸਵੀਰ ਲਾਉਣ ਦੇ ਦੋਸ਼ ਦੇ ਵਿੱਚ ਹੀ ਮੁਕੱਦਮਾ ਦਰਜ ਕਰਾਉਣਾ, ਇਹ ਬਹੁਤ ਹੀ ਘਟੀਆ ਕਿਸਮ ਦਾ ਜਿਹੜਾ ਕਾਰਜ ਬਾਜ ਆਉਣਾ ਚਾਹੀਦਾ। ਪੂਰੀ ਕੌਮ, ਦੁਨੀਆ ਭਰ ਦਾ ਸਿੱਖ ਜਿਨ੍ਹਾਂ ਨੌਜਵਾਨਾਂ 'ਤੇ ਪਰਚਾ ਦਰਜ ਹੋਇਆ ਉਹਨਾਂ ਦੇ ਨਾਲ ਖੜਾ ਔਰ ਖੜਾ ਰਹੇਗਾ। ਪੰਜਾਬ ਸਰਕਾਰ ਵੱਲੋਂ ਪੰਚਾਇਤਾਂ ਦੀਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਹਟਾਉਣ ਦੇ ਲਈ ਹੁਕਮ ਜਾਰੀ ਕੀਤੇ ਗਏ ਨੇ। ਇਸ ਤੇ ਬੀਜੇਪੀ ਦੇ ਆਗੂ ਹਰਜੀਤ ਸਿੰਘ ਗਰੇਵਾਲ ਦਾ ਪ੍ਰਤੀਕਰਮ ਸਾਹਮਣੇ ਆਇਆ। ਭਗਵੰਤ ਮਾਨ ਜੀ ਨੇ ਬਿਲਕੁਲ ਠੀਕ ਕਿਹਾ, ਅਸੀਂ ਸਵਾਗਤ ਕਰਦੇ ਹਾਂ ਉਹਨਾਂ ਦੇ ਬਿਆਨ ਦਾ, ਪਰ ਇਹਦੇ 'ਚ ਵੀ ਭੇਦਭਾਵ ਨਹੀਂ ਹੋਣਾ ਚਾਹੀਦਾ। ਮੇਰਾ ਔਰ ਤੇਰਾ ਨਹੀਂ ਹੋਣਾ ਚਾਹੀਦਾ। ਸਾਰਿਆਂ ਨਾਲ ਇੱਕੋ ਜਿਹਾ ਵਿਵਹਾਰ ਹੋਵੇ ਔਰ ਸਾਰੀ ਟੋਟਲ ਸਰਕਾਰੀ ਜ਼ਮੀਨ ਖਾਲੀ ਹੋਵੇ। ਅਸੀਂ ਇਸ ਦਾ ਸਵਾਗਤ ਕਰਾਂਗੇ। ਜਿਹੜਾ ਅੱਛਾ ਕੰਮ ਕਰਦਾ ਉਹਦਾ ਸਵਾਗਤ ਹੋਣਾ ਚਾਹੀਦਾ, ਕਿਉਂ ਨਹੀਂ ਹੋਣਾ ਚਾਹੀਦਾ। ਇਹ ਜਿਨ੍ਹਾਂ ਨੇ ਕਬਜ਼ੇ ਕਰਵਾਏ ਆ ਉਹਨਾਂ ਦੇ ਨਾਂ ਵੀ ਸਾਹਮਣੇ ਆਉਣੇ ਚਾਹੀਦੇ ਜ਼ਰੂਰ, ਤੇ ਮੈਂ ਸਮਝਦਾ ਜ਼ਰੂਰੀ ਹੈ। ਜਿਹੜੇ ਸੱਤਾ ਤੋਂ ਬਾਹਰ ਰਹਿਣਗੇ ਉਹ ਕਿੱਦਾਂ ਹੋ ਸਕਦੇ ਆ? ਜਿਨ੍ਹਾਂ ਨੇ ਰਾਜ ਕੀਤਾ, ਕਾਂਗਰਸ ਨੇ ਕੀਤਾ, ਅਕਾਲੀ ਦਲ ਨੇ ਕੀਤਾ, ਉਹਨਾਂ ਦੇ ਸਹਿਯੋਗ ਨਾਲ ਹੀ ਹੋਏ ਆ। ਉਸ ਤੋਂ ਬਿਨਾਂ ਤਾਂ ਹੋ ਹੀ ਨਹੀਂ ਸਕਦਾ। ਇਹਦੇ 'ਚ ਸਰਕਾਰੀ ਅਧਿਕਾਰੀ, ਪੋਲੀਟੀਸ਼ੀਅਨ, ਇਹ ਇੱਕ ਨੈਕਸਸ ਹੈਗਾ। ਵਪਾਰੀ, ਇਹ ਸਭ ਲੋਕ ਮਿਲ ਕੇ ਕਰਦੇ ਆ। ਦੇਖੋ, ਮੈਂ ਇਹ ਸਮਝਦਾ ਕਿ ਪਹਿਲੀ ਗੱਲ ਤਾਂ ਜਿਹੜੀ ਪੰਜਾਬ ਪੁਲਿਸ ਆ ਉਹਦੇ 'ਤੇ ਅਸੀਂ ਪ੍ਰਾਊਡ ਕਰ ਸਕਦੇ ਹਾਂ। ਬੜੀ ਬਰੇਵ ਫੋਰਸ ਆ ਉਹ। ਉਹਨੇ ਆਤੰਕਵਾਦ ਦੁਨੀਆ ਜਿੱਥੇ ਪੈਦਾ ਹੋਇਆ ਉੱਥੇ ਜੜ੍ਹ ਤੋਂ ਖਤਮ ਨਹੀਂ ਹੋਇਆ, ਉਹਨੇ ਪੰਜਾਬ 'ਚ ਜੜ੍ਹ ਤੋਂ ਖਤਮ ਕੀਤਾ। ਪਰ ਇਸ ਵੇਲੇ DGP ਪੰਜਾਬ ਪੁਲਿਸ ਦਾ ਰੋਲ ਠੀਕ ਨਹੀਂ ਰਿਹਾ ਔਰ ਉਹਨਾਂ ਦੀ ਯੋਗਤਾ 'ਤੇ ਹੀ ਪ੍ਰਸ਼ਨ ਚਿੰਨ੍ਹ ਲੱਗ ਗਿਆ। ਜਿਸ ਤਰ੍ਹਾਂ ਉਹਨਾਂ ਨੇ ਅਲੱਗ-ਅਲੱਗ ਬਿਆਨ ਔਰ ਜਲਦਬਾਜ਼ੀ ਦਿੰਦੇ ਰਹੇ, ਘਬਰਾਹਟ 'ਚ ਬਿਆਨ ਦਿੱਤੇ ਨੇ। ਉਹ ਐਸੀ ਫੋਰਸ ਦਾ ਲੀਡਰ ਇਸ ਤਰ੍ਹਾਂ ਦਾ ਹੋਵੇ, ਉਹ ਠੀਕ ਗੱਲ ਨਹੀਂ ਹੈ। ਔਰ ਮੈਂ ਸਮਝਦਾ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਲੋਕਾਂ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਇਹੀ ਸੂਝਵਾਨ ਆਫੀਸਰ ਦੀ ਨਿਸ਼ਾਨੀ ਹੁੰਦੀ ਹੈ।
ਪਰ ਪੰਜਾਬ ਮੇਰਾ ਖਿਆਲ ਆ ਇਹ ਲੋਕ ਜਲਦੀ ਫਿਰ ਪਕੜੇ ਜਾਣਗੇ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਕੰਮ ਕੀਤਾ। ਪੰਜਾਬ ਤੇ ਬਹੁਤ ਬੜੀ ਸਾਜ਼ਿਸ਼ ਹੋ ਰਹੀ ਹੈ, ਸਾਨੂੰ ਸਾਰਿਆਂ ਨੂੰ ਮਿਲ ਕੇ ਇਹਦਾ ਮੁਕਾਬਲਾ ਕਰਨਾ ਚਾਹੀਦਾ, ਸਾਹਮਣਾ ਕਰਨਾ ਚਾਹੀਦਾ। ਔਰ ਤੇ ਉਧਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਿੱਲੀ ਪਹੁੰਚੇ, ਜਿੱਥੇ ਉਹਨਾਂ ਨੇ ਵਿਦੇਸ਼ ਰਾਜ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ NRI ਪੰਜਾਬੀਆਂ ਦੇ ਮੁੱਦਿਆਂ ਨੂੰ ਲੈ ਕੇ ਉਹਨਾਂ ਵਿਦੇਸ਼ ਰਾਜ ਮੰਤਰੀ ਦੇ ਨਾਲ ਗੱਲਬਾਤ ਕੀਤੀ। ਬਹੁਤ ਵਧੀਆ ਮੁਲਾਕਾਤ ਹੋਈ, ਕਰੀਬ 1 ਘੰਟਾ ਵਿਦੇਸ਼ ਰਾਜ ਮੰਤਰੀ ਜੀ ਦੇ ਨਾਲ ਕਾਫੀ ਮੁੱਦੇ ਸੀਗੇ NRI ਦੇ ਜੋ ਉਹਨਾਂ ਨਾਲ ਡਿਸਕਸ ਹੋਏ ਆ। ਬਹੁਤ ਸਾਰੇ ਮੁੱਦਿਆਂ ਤੇ ਉਹਨਾਂ ਨੇ ਸਹਿਮਤੀ ਦਿੱਤੀ ਹੈ ਔਰ ਬੜਾ ਅੱਛਾ ਹੰਗਾਰਾ ਮਤਲਬ ਸੀਗਾ ਉਹਨਾਂ ਦਾ। ਔਰ ਸਭ ਤੋਂ ਜ਼ਿਆਦਾ ਸੀਗਾ ਕਿ ਜਿਹੜਾ ਸਾਡੇ ਪੰਜਾਬ ਦੇ ਵਿੱਚ 2 ਏਅਰਪੋਰਟ ਨੇ, ਇੱਕ ਅੰਮ੍ਰਿਤਸਰ ਏਅਰਪੋਰਟ, ਇੱਕ ਜਿਹੜਾ ਮਹਾਲੀ ਚੰਡੀਗੜ੍ਹ ਏਅਰਪੋਰਟ ਹੈ, ਉਹ ਅੰਤਰਰਾਸ਼ਟਰੀ ਏਅਰਪੋਰਟ ਬਣੇ। ਉਹਨਾਂ ਤੇ ਪੈਸਾ ਵੀ ਬਹੁਤ ਲੱਗਾ ਚੰਡੀਗੜ੍ਹ ਵਾਲੇ ਤੇ, ਬਟ ਅਜੇ ਤੱਕ ਉਹ ਤੋਂ ਅੰਤਰਰਾਸ਼ਟਰੀ ਜਿਹੜੀਆਂ ਫਲਾਈਟਾਂ ਨੇ ਉਹ ਚਾਲੂ ਨਹੀਂ ਹੋ ਰਹੀਆਂ। ਜੇ ਹੈ ਵੀ ਨੇ ਤੇ ਬਹੁਤ ਛੋਟੇ ਮੁਲਕਾਂ ਦੀਆਂ ਫਾਰਮੈਲਿਟੀਜ਼ ਪਾਉਣ ਲਈ ਕਿ ਅੰਤਰਰਾਸ਼ਟਰੀ ਏਅਰਪੋਰਟ ਹੈ, ਬਟ ਜਿਹੜੇ ਮੇਨ ਕੰਟਰੀ ਆ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਉਹਨਾਂ ਤੋਂ ਉੱਥੇ ਕੋਈ ਫਲਾਈਟ ਨਹੀਂ ਆ ਰਹੀ। ਲੋਕ ਵੇਟ ਕਰ ਰਹੇ ਬੜੇ ਚਿਰ ਦੀ। तो एक तो विदेश मंत्री जी को बेनती की है कि इसको तुरंत जड़ा इनू मतलब जड़ा वो उत्थों अंतरराष्ट्रीय फ्लाइटां जड़ियां शुरू कीतियां जाण। दूजा उन्होंने ये कहा गया कि जेडे अंतरराष्ट्रीय हवाई अड्डियां दे उत्ते जेडे इमीग्रेशन दे डेस्क है जिथे जदों असीं आउंदे आ वापस ते उत्थे जां जाने साडे मतलब जेडे NRI ने उन्होंने इमीग्रेशन अधिकारी जेडे बहुत तंग परेशान करते हैं। कई पुठे सीधे सवाल करते हैं कि तुहाडा पासपोर्ट जा जी, तुहाडे वीजे च आ जी, तुहाडे नां च गलती है। तो असीं उन्होंने कहा कि उत्थे CCTV कैमरे ਜਿਹੜੇ ਆ ਉਸ ਡੈਸਕ ਦੇ ਉੱਤੇ ਲਾਇਆ ਜਾਵੇ। ਤੇ ਉਧਰ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਦੀ ਦੀਵਾਰ ਦੇ ਉੱਪਰ ਵੱਖਵਾਦੀ ਝੰਡੇ ਲਾਉਣ ਦੇ ਮਾਮਲੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਬਿਆਨ ਸਾਹਮਣੇ ਆਇਆ ਹੈ। ਮੁੱਖ ਮੰਤਰੀ ਜੈਰਾਮ ਠਾकुर ਨੇ ਕਿਹਾ ਹੈ ਕਿ ਹਿਮਾਚਲ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਉਹਨਾਂ ਤਾਰੀਫ ਕੀਤੀ ਹੈ। मैं पुलिस विभाग को इस बात के लिए बधाई देता हूं कि 3 दिन के अंदर ही तो एक गिरफ्तारी उस सिलसिले में होनी चाहिए थी जिनने खालिस्तान के झंडे हिमाचल प्रदेश की विधानसभा के अंदर धर्मशाला बाहर गेट के पास लगाए थे। और दूसरी बात मैं ये कहना चाह रहा हूँ कि जो एक और आदमी उसमें शामिल था, अभी तक उसकी भी कोशिश की जा रही है, उसकी गिरफ्तारी की भी। गिरफ्तारी के बाद जो चीज़ें निकलेंगी, लेकिन ये बहुत बड़ी साजिश है कुल मिलाकर के, और इसलिए डिटेल में बातचीत कहने की अभी लगता है कि हिमाचल का जो माहौल है वो खराब करने की कोशिश की जा रही है। निश्चित रूप से माहौल खराब करने की कोशिश हो रही है। और ये जो पिछले कुछ अरसे से एक पॉलिटिकल डेवलपमेंट हुई है हमारी एडजॉइनिंग स्टेट में, और उस स्टेट के सारे परिदृश्य राजनीतिक परिदृश्य के कारण जो है कुछ लोगों को हौसला मिल रहा है जो दुर्भाग्यपूर्ण है। सर, हेल्थ मिनिस्टर से आज मुलाकात की है, क्या आखिरी चर्चा हुई है आज हेल्थ मिनिस्टर? देखिए, रूटीन की सारी चीज़ों को लेकर के बातचीत हुई। हिमाचल प्रदेश के हमारे बहुत सारे प्रोजेक्ट हेल्थ से रिलेटेड जो है वो केंद्र सरकार के पास आते रहते हैं, और उनकी मदद हमको हमेशा मिलती रही है, बहुत बड़ा सहयोग रहा है। और अभी तो फिलहाल ये है कि प्रधानमंत्री जी का कार्यक्रम आने वाले समय में होने वाला है, और हमारा एम्स बिलासपुर का लगभग तैयार होने वाला है, तो इनॉग्रेशन के लिए प्रधानमंत्री जी आ रहे हैं, तो उस सिलसिले में कुछ बात होगा। सूबे ਦੀਆਂ प्रमुख सियासी ਅਤੇ ਸਮਾਜਿਕ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਹੁਣ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।